The official language issue is central to the political mobilization of the Dravidian movement. भी आज भी उत्थे उन्होंने हिंदी नहीं बढ़न दित्ती. He reminded the Congress government that democracy didn't mean majority rule. His words hold true today. It is a question of justice and freedom. It is a question of consultation and concord. It is a question of amity and affection or animosity. You will have to decide it in the way and not just through numbers. I think apart from political arithmetic, this august house will pay some attention to political ethics and democratic liberalism, for democracy doesn't merely mean majority rule. मोदी ने क्या उत्थे जगन्नाथपुरी च कहा जी देखो इहदियां चाबियां 6 साल पहला तमिलनाडु नाल दी नाल स्टालिन दी स्टेटमेंट आई. उन्होंने कहा कि स्टालिन एक्यूजेस मोदी ऑफ मेलाइनिंग द पीपल ऑफ तमिलनाडु. व्यूअर्स वेलकम बैक टू प्रोग्राम. सो व्यूअर्स गलबात करन जा रहे हैं कि हिंदुत्वੀਆਂ ने ਭਾਰਤ ਨੂੰ ਲਗਭਗ ਹਿੰਦੂ ਰਾਸ਼ਟਰ ਬਣਾ ਹੀ ਦਿੱਤਾ ਹੈ. ਦੂਰਦਰਸ਼ੀ ਲੀਡਰਸ਼ਿਪ ਕਿਸ ਨੂੰ ਕਹਿੰਦੇ ਹਨ, ਇਸ ਦੀ ਇੱਕ ਮਿਸਾਲ ਤਾਮਿਲਨਾਡੂ ਦੀ ਪਾਰਟੀ ਡੀਐਮਕੇ ਪਾਰਟੀ ਦੇ ਫਾਊਂਡਰ ਅੰਨਾਦੁਰਾਈ ਹਨ. ਅੰਨਾਦੁਰਾਈ ਨੇ 1963 ਵਿੱਚ ਜਦੋਂ ਹਿੰਦੀ ਨੂੰ ਰਾਸ਼ਟਰ ਭਾਸ਼ਾ ਬਣਾਉਣ ਦਾ ਬਿੱਲ ਲਿਆਂਦਾ ਸੀ, ਇਸ ਦੀ ਸਖਤ ਵਿਰੋਧਤਾ ਕੀਤੀ ਸੀ. ਉਹਨਾਂ ਵੱਲੋਂ ਦਿੱਤਾ ਗਿਆ ਰਾਜ ਸਭਾ ਵਿੱਚ ਜਿਹੜਾ ਭਾਸ਼ਣ ਹੈ ਅੱਜ ਵੀ ਇੱਕ ਯਾਦਗਾਰੀ ਭਾਸ਼ਣ ਹੈ. ਇਸ ਦੇ ਉਲਟ ਅਕਾਲੀ ਦਲ ਲੀਡਰਸ਼ਿਪ ਨੇ ਕੰਮ ਅਕਲੀ ਦਾ ਜਿਹੜਾ ਵਿਖਾ ਹੀ ਕੀਤਾ ਹੈ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ. ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ. ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਤਾਰੀਖ ਜਾਂ ਹਿਸਟਰੀ ਦਾ ਵਿਦਿਆਰਥੀ ਹੋਣ ਦੇ ਨਾਤੇ ਮੇਰੀ ਨਜ਼ਰ ਜਦੋਂ ਕਿਤੇ ਐਸੇ ਕਿਸੇ ਹਿਸਟੋਰੀਕਲ ਵਾਕਿਆ ਦੇ ਉੱਤੇ ਪੈਂਦੀ ਹੈ ਤਾਂ ਇੱਕਦਮ ਮੇਰਾ ਧਿਆਨ ਉਹ ਖਿੱਚਦੀ ਹੈ ਕਿ ਵੀ ਕਾਸ਼ ਜਦੋਂ ਅਸੀਂ ਦੂਰਦਰਸ਼ੀ ਫਾਰਸਾਈਟਡ ਲੀਡਰਸ਼ਿਪ ਦੀ ਗੱਲ ਕਰਦੇ ਹਾਂ, ਸੋ ਜ਼ਾਹਰ ਹੈ ਅਸੀਂ 47 ਦੇ ਦੌਰ ਨੂੰ ਤਾਂ ਹਮੇਸ਼ਾ ਹੀ ਇੱਕ ਉਸ ਦੁਖਦ ਜਿਹੜਾ ਇੱਕ ਬਿਟਰੇਲ ਵੀ ਹੈ ਦੁਸ਼ਮਣ ਦੇ ਪੱਖ ਤੋਂ, ਲੇਕਿਨ ਆਪਣਿਆਂ ਦੀ ਨਾ ਸਮਝੀ ਔਰ ਅੰਨਾਪਣ ਅਕਲ ਦਾ ਦਿਵਾਲੀਆਪਨ ਹੈ ਕਿ ਤੁਸੀਂ ਆਪਣੇ ਆਜ਼ਾਦ ਮੁਲਕ ਖਾਲਿਸਤਾਨ ਦੀ ਵਜ਼ਾਹਤ ਕਰਨ ਦੀ ਥਾਂ ਆਪਣੀ ਕਿਸਮਤ ਘੜਨ ਦਾ ਹੱਕ ਉਹਨਾਂ ਦੇ ਹੱਥ ਸੌਂਪ ਰਹੇ ਹੋ ਜਿਨ੍ਹਾਂ ਦੇ ਅੰਦਰ 5 ਸਦੀਆਂ ਦਾ ਵੈਰ ਚੱਲ ਰਿਹਾ ਸੀ ਕਿ ਉਹਨਾਂ ਨੇ ਜਿਹੜਾ ਉਹ ਤੁਹਾਡਾ ਨਾਮੋ ਨਿਸ਼ਾਨ ਮਿਟਾਣਾ. ਸੋ ਇੱਕ ਬਹੁਤ ਵੱਡਾ ਗੁਨਾਹ ਹਿਸਟਰੀ ਦਾ. ਪਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਵੀ ਜੇ ਅਸੀਂ ਦੂਸਰੇ ਪੱਖ ਤੋਂ ਹਮੇਸ਼ਾ ਹੀ ਜਦੋਂ ਅਸੀਂ ਮਿਸਟਰ ਮੁਹੰਮਦ ਅਲੀ ਜਿਨ੍ਹਾਂ ਨੂੰ ਮੈਂ ਕਾਇਦੇ ਆਜ਼ਮ ਕਹਿੰਦਾ ਕਿ ਵਾਰ ਸਾਡੇ ਕੁਝ ਸਿੱਖ ਵੀਰ ਵੀ ਇਸ ਦੇ ਉੱਤੇ ਸਵਾਲ ਚੁੱਕਦੇ ਨੇ, ਸੋ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਵੀ ਤੁਸੀਂ ਆਪਣੇ ਪਰਸਪੈਕਟਿਵ ਤੋਂ ਨਾ ਦੇਖੋ, ਤੁਸੀਂ ਇਹ ਦੇਖੋ ਕਿ ਵੀ ਜੇ ਉਹਨਾਂ ਦੇ ਕੋਲ ਇਸ ਲੈਵਲ ਦਾ ਮੁਸਲਮਾਨਾਂ ਦੇ ਕੋਲ ਸਬ ਕੰਟੀਨੈਂਟ 'ਚ ਫਾਰਸਾਈਟਡ ਲੀਡਰ ਨਾ ਹੁੰਦਾ, ਇਕਬਾਲ ਵਰਗਾ ਥਿੰਕਰ ਨਾ ਹੁੰਦਾ, ਤੇ ਬਹੁਤੀ ਮੈਜੋਰਿਟੀ ਤਾਂ ਉਹਨਾਂ ਦੀ ਸਾਡੇ ਵਾਂਗ ਗਵਾਚੇ ਹੀ ਹੋਏ ਸੀ. ਸੋ ਵੀ ਜਿਹੜਾ ਇੱਕ ਬੰਦਾ ਬਿਨਾਂ ਇੱਕ ਦਿਨ ਵੀ ਜੇਲ੍ਹ ਕੱਟਿਆ, ਬਿਨਾਂ ਆਪਣੀ ਕੌਮ ਦਾ ਜਿਹੜਾ ਉਹ ਨੁਕਸਾਨ ਕਰਵਾਇਆ ਜਾਂ ਉਹਨਾਂ ਨੂੰ ਤੁਸੀਂ ਕੁਰਬਾਨੀਆਂ ਸ਼ਹੀਦੀਆਂ ਸੁਣਾਈ ਜਾਓ, ਉਹ ਉਹਨਾਂ ਨੂੰ ਇੱਕ ਮੁਲਕ ਲੈ ਕੇ ਦੇ ਦਿੰਦਾ ਹੈ. ਔਰ ਉਹਨਾਂ 'ਚੋਂ ਕਿ ਵੀ ਜਿਹਨੂੰ ਕਹਿੰਦੇ ਨੇ ਟੂ ਡਰਾ ਵਿਕਟਰੀ ਆਊਟ ਆਫ ਦ ਜਾਜ਼ ਆਫ ਡਿਫੀਟ, ਵੀ ਬ੍ਰਿਟਿਸ਼ਰਸ ਨਾਲ ਵੀ ਉਹ ਘੁਲਦਾ ਹੈ, ਉਹ ਗਾਂਧੀ, ਨਹਿਰੂ, ਪਟੇਲ, ਇਹਨਾਂ ਸਾਰਿਆਂ ਦੇ ਨਾਲ ਵੀ. ਤੇ ਜਿਹੜੇ ਆਪਣੇ 'ਚੋਂ ਖੜੇ ਕੀਤੇ ਸ਼ੋ ਬॉय ਨੇ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ, ਜਿਵੇਂ ਅੱਜ ਜਦੋਂ ਅਸੀਂ ਖਾਲਿਸਤਾਨ ਦੀ ਸਟਰਗਲ ਦੇ ਲਈ ਲੜ ਰਹੇ ਹਾਂ, ਸੋ ਸਾਡੀ ਲੜਾਈ ਦੁਸ਼ਮਣ ਦਿੱਲੀ ਤਾਂ ਬਾਅਦ 'ਚ, ਪਹਿਲਾਂ ਤਾਂ ਪੰਜਾਬ 'ਚ ਬੁੱਚੜ ਬੇਅੰਤੇ ਜਾਂ ਉਸ ਤੋਂ ਪਹਿਲਾਂ ਉਹ ਸਾਰੀ ਨਸਲ ਦੇ ਲੋਕ ਤੇ ਅੱਜ ਵੀ ਤੁਹਾਡੇ ਸਾਹਮਣੇ ਚਿਹਰੇ ਜਿਨ੍ਹਾਂ ਨੂੰ ਅਸੀਂ ਜਵਾਬ ਦੇ ਰਹੇ ਹਾਂ. ਕੋਈ ਭਗਵੰਤ ਮਾਨ ਹੈ, ਕੋਈ ਬਾਦਲ ਹੈ, ਕੋਈ ਖਹਿਰੇ ਨੇ, ਕੋਈ ਇੱਧਰਲੇ ਵਿਕੇ ਹੋਏ ਨੇ, ਕੋਈ ਉੱਧਰਲੇ ਵਿਕੇ ਹੋਏ ਨੇ. ਸੋ ਕੋਈ ਜਿਨ੍ਹਾਂ ਦੇ ਲਈ ਕੋਈ ਉਹ ਰਸਤਾ ਸੌਖਾ ਤਾਂ ਨਹੀਂ ਸੀ. ਇੱਕ ਵੱਡਾ ਹਿੱਸਾ ਜਿਹੜਾ ਅੱਜ ਵੀ ਜੇ 20 ਕਰੋੜ ਉੱਥੇ ਰਹਿ ਗਏ ਉਹੀ ਸੀ ਜਿਹੜੇ ਕਹਿੰਦੇ ਸੀ ਅਸੀਂ ਆਪਣੇ ਪੁਰਖਿਆਂ ਦੀਆਂ ਕਬਰਾਂ ਛੱਡ ਕੇ ਥੋੜ੍ਹੀ ਜਾਣਾ ਸੀ, ਕਿੱਥੇ ਜਾਣਾ. ਸੋ ਜੇ ਇੱਕ ਬੰਦੇ ਨੇ ਵਿਜ਼ਨ ਦੇ ਨਾਲ ਆਪਣੀ ਕੌਮ ਨੂੰ ਦੇ ਇੱਕ ਵੱਡੇ ਹਿੱਸੇ ਨੂੰ ਸੁਰੱਖਿਅਤ ਕਰ ਲਿਆ ਤੇ ਘੱਟੋ ਘੱਟ ਨਾ ਸਹੀ ਆਪਣਾ ਸਮਝ ਕੇ ਨਾ ਸਹੀ ਵੈਸੇ ਹੀ ਐਡਮਾਇਰ ਤਾਂ ਕਰਨਾ ਬਣਦਾ. ਇਸੇ ਤਰ੍ਹਾਂ ਜਿਹੜੀ ਤਮਿਲ ਰਾਜਨੀਤੀ ਹੈ, ਔਰ ਇਹ ਹੈਰਾਨੀ ਕਰਨ ਵਾਲੀ ਗੱਲ ਹੋਏਗੀ ਬਹੁਤਿਆਂ ਲਈ ਕਿ ਵੀ ਇਹਦੇ ਬਾਵਜੂਦ ਹੁਣ ਤਮਿਲਨਾਡੂ ਭਾਰਤ ਦਾ ਉਹ ਸੂਬਾ ਜਿਹੜੇ ਆਲਮੋਸਟ ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ ਤੇ 40-45 MP ਉਹਨਾਂ ਦੇ ਪਾਰਲੀਮੈਂਟ 'ਚ ਆਉਂਦੇ ਨੇ, ਇਹਨੂੰ ਮਦਰਾਸ ਕਹਿੰਦੇ ਸੀ. ਉਹਨਾਂ ਨੇ ਕਿਵੇਂ ਆਪਣੀ ਜ਼ਬਾਨ ਨੂੰ, ਆਪਣੇ ਕਲਚਰ ਨੂੰ, ਆਪਣੀ ਤਹਿਜ਼ੀਬ ਨੂੰ ਤਾਂ ਮਹਿਫੂਜ਼ ਰੱਖਿਆ ਹੀ ਰੱਖਿਆ,
ਪਰ ਉਹਨਾਂ ਨੇ ਕੋਈ ਵੀ ਜਿਹੜੀ ਸੈਂਟਰ ਦੀ ਪਾਰਟੀ ਹੈ, ਉਹ ਕਾਂਗਰਸ ਹੋਏ, ਉਹ ਬੀਜੇਪੀ ਹੋਏ, ਉਹ ਸੋਸ਼ਲਿਸਟ ਹੋਣ, ਕਮਿਊਨਿਸਟ ਹੋਣ, ਉਹਨਾਂ ਨੇ ਆਪਣੇ ਅੰਦਰ ਨਹੀਂ ਵੜਨ ਦਿੱਤਾ ਹੈ। ਇਹ ਠੀਕ ਹੈ ਕਿ ਵੀ ਉਹਨਾਂ ਨੇ ਇੱਕ ਗੱਲ 50ਵਿਆਂ 'ਚ ਜਦੋਂ ਉਹਨਾਂ ਨੇ ਆਪਣੇ ਅਡਰੀ ਭਾਸ਼ਾ ਦੇ ਆਧਾਰ ਤੇ ਸੂਬੇ ਨੂੰ ਕੀਤਾ, ਔਰ ਨਾਡੂ ਦਾ ਮਤਲਬ ਵੀ ਮੁਲਕ ਹੁੰਦਾ। ਹੁਣ ਤੁਸੀਂ 2 ਸੂਬੇ ਐਸੇ ਦੇਖੋਗੇ ਜਿਨ੍ਹਾਂ ਨੇ ਆਪਣੀ ਤਾਕਤ ਦੇ ਨਾਲ ਆਪਣੇ ਸੂਬਿਆਂ ਦੇ ਨਾਂ ਵੀ ਰਾਸ਼ਟਰ ਤੋਂ ਵੀ ਵੱਡੇ, ਹੁਣ ਜਦੋਂ ਮਹਾਰਾਸ਼ਟਰ ਕਿਹਾ ਜਾਂਦਾ ਹੈ ਤੇ ਰਾਸ਼ਟਰ ਤੋਂ ਤਾਂ ਵੱਡਾ, ਮਹਾਰਾਸ਼ਟਰ ਤਾਂ ਰਾਸ਼ਟਰ ਤੋਂ ਵੱਡਾ ਹੋਇਆ, ਲੇਕਿਨ ਉੱਥੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਕਿ ਜੀ ਇਹ ਬਣਾਇਆ ਤਾਂ ਇਹ ਸੂਬਾ ਜਿਹੜਾ ਇਸ ਦਾ ਸੌਰਾਸ਼ਟਰਾ ਨਾਂ ਸੀ। ਸੌਰਾਸ਼ਟਰਾ ਚੋਂ ਇੱਕ ਪਾਸੇ ਤਾਂ ਗੁਜਰਾਤ ਗੁੱਜੂਆਂ ਦਾ ਜਿਹੜਾ ਸੂਬਾ ਬਣਿਆ, ਦੂਸਰੇ ਪਾਸੇ ਮਰਾਠਿਆਂ ਨੇ ਕਿਹਾ ਜੀ ਸਾਡਾ ਮਹਾਰਾਸ਼ਟਰ ਹੈ, ਔਰ ਉੱਥੇ 80-90% ਦੀ ਪ੍ਰਾਪਰਟੀ ਗੁਜਰਾਤੀਆਂ ਦੀ ਸੀ। ਔਰ ਇਨੀਸ਼ੀਅਲੀ ਬੰਬਈ ਜਿਹੜਾ ਹੈ, ਜਿਹਨੂੰ ਅੱਜ ਮੁੰਬਈ ਕਹਿੰਦੇ ਨੇ, ਉਹ ਗੁਜਰਾਤ ਨੂੰ ਦੇ ਦਿੱਤਾ ਸੀ ਉਹਨਾਂ ਨੇ, ਜਿਵੇਂ ਚੰਡੀਗੜ੍ਹ ਹਰਿਆਣੇ ਨੂੰ ਦਿੱਤਾ। ਪਰ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਸ਼ਿਵ ਸੈਨਾ ਨੇ, ਬਾਲ ਠਾਕਰੇ ਨੇ, ਬੰਬਈ ਨੂੰ ਉਹਨਾਂ ਨੇ ਰੱਖਿਆ ਮਹਾਰਾਸ਼ਟਰ 'ਚ। ਔਰ ਹੁਣ ਦੀਆਂ ਚੋਣਾਂ ਦੇ ਵਿੱਚ ਜਿਹੜਾ ਇਸ਼ੂ, ਜੇ ਇਹ ਲੂਜ਼ ਕਰਨਗੇ ਬੀਜੇਪੀ ਆੜੇ, ਉੱਥੇ ਉਹਨਾਂ ਨੇ ਮਰਾਠਾ ਵਰਸਸ ਗੁੱਜੂ ਰੱਖ ਦਿੱਤਾ। ਉਹਨਾਂ ਨੇ ਕਿਹਾ ਵੀ ਇਹ 2 ਗੁਜਰਾਤੀ ਉੱਥੇ ਬੈਠੇ, ਇੱਥੋਂ ਸਾਡੀਆਂ ਬੰਬੇ ਦੀਆਂ ਜਿਹੜੀਆਂ ਇੰਡਸਟਰੀਆਂ ਉਹਨਾਂ ਨੂੰ ਚੁੱਕ ਕੇ ਗੁਜਰਾਤ ਲਿਜਾ ਰਹੇ ਨੇ। ਸੋ ਮਤਲਬ ਸਾਡੇ ਤਾਂ ਇੱਕ ਨੇ ਜੇ ਬਿਆਨ ਦਿੱਤਾ ਤੇ ਆਪਣੇ ਹੀ ਪੰਜੇ ਝਾੜ ਕੇ ਪੈ ਗਏ। ਜੇ ਉਹਨੇ ਸੁਖਪਾਲ ਕਹਿ ਰਹੇ ਨੇ, ਜਿਹੜਾ ਉਹ ਕਹਿ ਹੀ ਰਿਹਾ, ਕਹਿ ਦਿੱਤਾ ਹੈ ਕਿ ਜੀ ਇਹ ਪੰਜਾਬ ਦੀਆਂ ਨੌਕਰੀਆਂ, ਜਾਂ ਜੇ ਦੂਜੇ ਸੂਬੇ ਤੁਹਾਡੇ ਜ਼ਮੀਨ ਲੈਣ ਤੇ ਪਾਬੰਦੀ ਲਾਉਂਦੇ ਨੇ, ਹਰਿਆਣਾ ਜਿਹੜਾ ਹਿਮਾਚਲ ਹੈ ਔਰ ਉੱਤਰਾਖੰਡ ਹੈ, ਰਾਜਸਥਾਨ ਹੈ, ਅਸੀਂ ਕਿਉਂ ਨਹੀਂ ਲਾ ਬਣਾ ਸਕਦੇ? ਤੇ ਉਹ ਭੰਡਾਂ ਦਾ ਭੰਡ ਭਗਵੰਤ ਮਾਨ ਉਹ ਕਹਿ ਰਿਹਾ ਅਸੀਂ ਤਾਂ ਲੰਗਰ ਲਾਉਣ ਵਾਲੀ ਕੌਮ ਹੈ, ਅਸੀਂ ਲੰਗਰ ਖਵਾਉਂਦੇ ਹਾਂ, ਇਹ ਅਸੀਂ ਕਿਵੇਂ ਕਿਰਤ ਕਰਕੇ ਖਾਂਦੇ? ਵੀ ਉਹ ਸਵਾਲ ਚਨਾ ਜਵਾਬ ਗੰਦਮ। ਲੇਕਿਨ ਉਹ ਖੁਸ਼ ਕਰ ਰਹੇ ਨੇ ਦਿੱਲੀ ਦੇ ਆਕਿਆਂ ਨੂੰ ਕਿ ਵੀ ਤੁਸੀਂ ਲਟਾ ਦਿਓ, ਪੰਜਾਬ 'ਚ ਆ ਕੇ ਉਹਨਾਂ ਨੂੰ ਵੋਟਾਂ ਵੀ ਬਣਾ ਕੇ ਦਿਓ, ਡੈਮੋਗ੍ਰਾਫੀ ਵੀ ਬਦਲੋ। ਇੱਕ ਹੋਰ ਜਿਹੜਾ ਇਸ ਕਿਸਮ ਦਾ ਉਹਨਾਂ ਦਾ ਦੁਮ ਛੱਲਾ, ਉਹ ਕਹਿੰਦਾ ਮੈਂ ਰਜਿਸਟਰੀਆਂ ਕਰਾਊਂ ਭਈਆਂ ਦੀਆਂ, ਕਿਵੇਂ ਨਹੀਂ ਹੁੰਦਾ। ਸੋ ਲੇਕਿਨ ਦੂਸਰੇ ਪਾਸੇ ਮੈਂ ਦੇਖਦਾ ਹਾਂ ਵੀ ਜੇ ਮੋਦੀ ਨੇ ਕਿਹਾ ਉੱਥੇ ਜਗਨਨਾਥਪੁਰੀ 'ਚ, ਕਿਹਾ ਜੀ ਦੇਖੋ ਇਹਦੀਆਂ ਚਾਬੀਆਂ 6 ਸਾਲ ਪਹਿਲਾਂ ਤਮਿਲਨਾਡੂ, ਨਾਲ ਦੀ ਨਾਲ ਸਟਾਲਿਨ ਦੀ ਸਟੇਟਮੈਂਟ ਆਈ, ਉਹਨਾਂ ਨੇ ਕਿਹਾ ਕਿ ਸਟਾਲਿਨ ਐਕਿਊਜ਼ਸ ਮੋਦੀ ਆਫ ਮੈਲਾਈਨਿੰਗ ਦਾ ਪੀਪਲ ਆਫ ਤਮਿਲਨਾਡੂ, ਕਿ ਵੀ ਖਬਰਦਾਰ ਅਸੀਂ ਕੋਈ ਚੋਰ ਨਹੀਂ ਹੈਗੇ। ਇਸ ਤੋਂ ਪਹਿਲਾਂ ਵੀ ਉਸਨੇ ਸਨਾਤਨ ਧਰਮਾਂ ਨੂੰ ਲੈ ਕੇ ਵੀ ਉਹਨੇ ਕਿਹਾ ਜੀ ਅਸੀਂ ਇਹ ਜਿਹੜੀਆਂ ਸਾਰੀਆਂ ਪ੍ਰੋਬਲਮ ਨੇ ਉਹਦਾ ਕਾਰਨ ਹੀ ਇਹ ਸਨਾਤਨ ਵਰਨ, ਅਸੀਂ ਤਾਂ ਇਹਨੂੰ ਬਿਲਕੁਲ ਐਂਡ ਕਰਾਂਗੇ ਇਸ ਸਾਰੇ ਨੂੰ। ਹੁਣ ਇਸ ਸਾਰੇ ਦੇ ਚੱਲਦੇ ਆ, ਈਵਨ ਹਾਲਾਂਕਿ ਇਹ ਬੜੀ ਕ੍ਰੈਡੀਬਲ ਅਖਬਾਰ ਹੈ, ਦਾ ਹਿੰਦੂ ਮਦਰਾਸ ਤੋਂ ਛਪਦੀ, 19ਵੀਂ ਸਦੀ ਦੇ ਅਖੀਰ ਦੀ ਚੱਲ ਰਹੀ ਹੈ, ਲੇਕਿਨ ਉਹਨਾਂ ਨੂੰ ਵੀ ਨੋ ਮੈਟਰ, ਉਹਨਾਂ ਨੇ ਕਦੇ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਉਹ ਨੈਸ਼ਨਲ ਮੇਨ ਸਟ੍ਰੀਮ ਦੇ ਵਿੱਚ ਆ ਕੇ ਕੋਈ ਟਕਰਾਅ ਦੀ ਲਾਈਨ ਲੈਂਦੇ ਨੇ। ਪਰ ਜਿੱਥੇ ਉਹਨਾਂ ਨੂੰ ਲੱਗਦਾ ਹੈ ਵੀ ਆਪਣੀ ਤਮਿਲ ਕਲਚਰ ਦੀ, ਆਪਣੀ ਡ੍ਰੈਵਿਡਨ ਸਿਵਲਾਈਜੇਸ਼ਨ ਦੀ ਗੱਲ ਕੀਤੀ ਜਾ ਸਕਦੀ, ਉਹਨੂੰ ਹਾਈਲਾਈਟ ਕਰ ਦਿੰਦੇ ਨੇ। ਔਰ ਅੱਜ ਮੈਂ ਜਦੋਂ ਦਾ ਹਿੰਦੂ ਜਿਹਨੂੰ ਮੈਂ ਸਬਸਕ੍ਰਾਈਬ ਕੀਤਾ ਹੋਇਆ, ਕਿਉਂਕਿ ਉਹਦੇ 'ਚ ਫਿਰ ਵੀ ਕ੍ਰੈਡੀਬਲ ਸਟੋਰੀਜ਼ ਹੁੰਦੀਆਂ ਨੇ, ਔਰ ਉਹਦੀ ਮੈਂ ਇੱਕ ਸਟੋਰੀ ਦੇਖੀ ਤੇ ਮੈਨੂੰ ਲੱਗਾ ਕਿ ਵੀ ਇਹ ਇਸ ਲੈਵਲ ਦੇ ਵਿਜ਼ਨਰੀ ਇਹਨਾਂ ਦੇ, ਇਹ ਤਾਂ ਸਾਨੂੰ ਪਤਾ ਹੈ ਵੀ DMK ਪਾਰਟੀ, ਦਰਾਵੜ ਮੁਨੇਤਰ ਕਜ਼ਮ, ਉਹਨੂੰ ਅੰਨਾ ਦੁਰਾਈ, ਜਿਹਨੂੰ ਪਿਆਰ ਨਾਲ ਅੰਨਾ ਕਹਿੰਦੇ ਸੀ, ਭਾਵੇਂ DMK ਦੇ ਵਿੱਚ ਹੀ ਰਿਫਟ ਹੋਈ। DMK ਕਰੁਣਾਨਿਧੀ ਨੇ, ਜਿਹੜਾ ਉਹਦਾ ਸਟੂਡੈਂਟ ਸੀ ਅੰਨਾ ਦੁਰਾਈ ਦਾ, ਉਹਨੂੰ ਪਾਵਰ ਤੱਕ ਪਹੁੰਚਾਇਆ ਜਿਹੜਾ DMK ਨੇ। ਫਿਰ ਜੇ ਉਹਨਾਂ ਦੀ ਟੁੱਟ ਭੱਜ ਵੀ ਹੋਈ, DMK ਅੰਨਾ ਬਣੀ, ਜਿਹਨੂੰ ਜੈ ਲਲਿਤਾ ਨੇ ਉਸ ਨੂੰ ਰਨ ਕੀਤਾ। ਔਰ ਹੁਣ ਅਗੇਨ ਸਟਾਲਿਨ ਜਿਹੜਾ ਕਿ ਕਰੁਣਾਨਿਧੀ ਦਾ ਪੁੱਤਰ ਹੈ, ਉਹਨੂੰ ਹੈਡ ਕਰ ਰਿਹਾ, ਆਪੋਜ਼ਿਟ ਵੀ। ਸੋ ਉਹ BJP ਜਾਂ ਕਾਂਗਰਸ ਨਾਲ 1-2 ਸੀਟਾਂ ਉਹਨਾਂ ਨੂੰ ਛੱਡ ਦਿੰਦੇ ਨੇ, ਪਰ ਵਿਦਨ ਤਮਿਲਨਾਡੂ ਉਹਨਾਂ ਨੇ ਜਿਹੜਾ ਇਸ ਲੈਵਲ ਦੇ ਉੱਤੇ ਸਟੈਂਡ ਰੱਖਿਆ। ਔਰ ਇਹ ਅੰਨਾ ਦੁਰਾਈ ਤਾਂ ਇੰਨਾ ਵੋਕਲ ਸੀ, ਇਹ ਫਾਊਂਡਰ ਹੈ ਦਰਾਵੜ ਮੁਨੇਤਰ ਕੜਗਮ, ਕੇ ਸਾਡੀ ਸਿਵਲਾਈਜੇਸ਼ਨ ਬਿਲਕੁਲ ਅੱਡ ਹੈ, ਸਾਡੀ ਸਭਿਅਤਾ ਤਹਿਜ਼ੀਬ। ਔਰ ਉਹਨੇ ਇੱਕ ਵਾਰੀ ਪਾਰਲੀਮੈਂਟ 'ਚ ਖਲੋ ਕੇ ਕਿਹਾ ਸੀ, ਉਹਨੇ ਕਿਹਾ ਜੀ ਲੋਕ ਕਹਿੰਦੇ ਨੇ ਜੀ ਅਸੀਂ ਬ੍ਰਾਹਮਣਾਂ ਦੇ ਖਿਲਾਫ ਨਹੀਂ ਹੈ, ਅਸੀਂ ਤਾਂ ਬ੍ਰਾਹਮਣਿਜ਼ਮ ਦੇ ਖਿਲਾਫ ਹੈ। ਉਹਨੇ ਕਿਹਾ ਕਿ ਵੀ ਜੇ ਬ੍ਰਾਹਮਣ ਹੀ ਨਹੀਂ ਹੈਗੇ ਤਾਂ ਫਿਰ ਬ੍ਰਾਹਮਣਿਜ਼ਮ ਕਿੱਥੋਂ ਆ ਗਿਆ? ਮਤਲਬ ਕਿ ਵੀ ਇਹ ਜਿਹੜਾ ਇਜ਼ਮ ਦਿੱਤਾ ਹੈ ਤਾਂ ਬ੍ਰਾਹਮਣਸ ਨੇ ਹੀ ਦਿੱਤਾ ਹੈ ਨਾ ਵੀ ਅਲਟੀਮੇਟ। ਔਰ ਇਸ ਹੱਦ ਤੱਕ ਉਹਨਾਂ ਨੇ ਤਾਂ ਸਾਰੇ ਤਮਿਲਨਾਡੂ ਤੋਂ ਇਹਨਾਂ ਦੀਆਂ ਮੰਦਰ ਮੂਰਤੀਆਂ ਸਭ ਚੁਕਾ ਚਕੂ ਕੇ ਉਹਨਾਂ ਨੇ ਜਿਹੜਾ ਉਹਨਾਂ ਨੂੰ ਖੁੰਝੇ ਲਾਇਆ ਕਿ ਕਾਮਨ ਬੰਦੇ ਦੇ ਕੋਲ ਆਏ। ਸੋ ਇਹ ਸਟੇਟਮੈਂਟ ਜਿਹੜੀ ਹੈ ਅੰਨਾ ਦੁਰਾਈ ਨੇ ਜਦੋਂ 1963 ਦੇ ਵਿੱਚ, ਕਿਉਂਕਿ ਰਾਜ ਸਭਾ ਦੇ ਮੈਂਬਰ ਸੀ ਅੰਨਾ ਦੁਰਾਈ, ਔਰ ਹਿੰਦੀ ਨੂੰ ਨੈਸ਼ਨਲ ਲੈਂਗੁਏਜ ਬਣਾਉਣ ਵਾਲਾ ਬਿੱਲ ਲਿਆਂਦਾ ਗਿਆ, ਤੇ ਜਿਹੜੀ ਗੱਲ ਉਹਨੇ ਕਹੀ ਮੈਂ ਸਮਝਦਾ ਵੀ
ਇਹ ਕਮਾਲ ਹੈ। ਔਰ ਇਹ 1963 ਦਾ ਪੀਰੀਅਡ ਹੈ ਕਿ ਨਹਿਰੂ ਬੈਠਾ ਪਾਰਲੀਮੈਂਟ ਦੇ ਵਿੱਚ, ਵੱਡੇ ਵੱਡੇ ਜਾਇੰਟ ਇਹਨਾਂ ਦੇ ਬੈਠੇ ਨੇ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਅਨਆਥੋਰਾਈਜ਼ਡ ਵਰਡਸ ਇਨ ਰਾਜ ਸਭਾ ਔਨ ਆਫੀਸ਼ੀਅਲ ਲੈਂਗੁਏਜ ਬਿੱਲ ਹੋਲਡ ਟਰੂ ਟੂਡੇ। ਕਿ ਅੱਜ ਜਦੋਂ ਅਸੀਂ ਆਲਮੋਸਟ 60 ਸਾਲ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਜੋ ਅਨਆਥੋਰਾਈ ਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਸੀ ਜਦੋਂ ਹਿੰਦੀ ਨੂੰ ਇਹ ਬਣਾਇਆ ਜਾ ਰਿਹਾ ਸੀ ਨੈਸ਼ਨਲ ਲੈਂਗੁਏਜ, ਉਹਨੇ ਕਿਹਾ ਵੀ ਇਟ ਇਜ਼ ਅ ਕੁਐਸਚਨ ਆਫ ਜਸਟਿਸ ਐਂਡ ਫਰੀडम, it is a question of consultation and concord, it is a question of amity and affection or animosity. You will have to decide it in the way and not just through numbers. ਕਿ ਬਈ ਇਸ਼ੂਜ਼ ਨੂੰ ਤੁਸੀਂ ਅੱਜ ਤੁਹਾਡੇ ਕੋਲ ਬਹੁਤ ਗਿਣਤੀ ਹੈ, ਤੁਸੀਂ ਕਾਊ ਬੈਲਟ ਦੇ 5 ਸੂਬਿਆਂ ਦੇ ਬੈਠੇ ਹੋ ਤੇ ਤੁਸੀਂ ਬਰੂਟਲ ਮੈਜੋਰਿਟੀ ਦੇ ਨਾਲ ਇਸ਼ੂ ਡਿਸਾਈਡ ਕਰੋ, ਇਹ ਇਵੇਂ ਨਹੀਂ ਹੋਣਾ ਚਾਹੀਦਾ। ਔਰ ਉਹਨੇ ਇਸ ਦੇ ਉੱਤੇ ਬੜੀ ਮਜ਼ਬੂਤ ਲਾਈਨ ਲਈ। ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਮੈਂ ਇਹ ਕਹਿਣਾ, ਦਾ ਆਫੀਸ਼ੀਅਲ ਲੈਂਗੁਏਜ ਇਸ਼ੂ ਇਜ਼ ਸੈਂਟਰਲ ਟੂ ਦਾ ਪੋਲੀਟੀਕਲ ਮੋਬਿਲਾਈਜੇਸ਼ਨ ਆਫ ਦਾ ਡ੍ਰੈਵਿਡਨ ਮੂਵਮੈਂਟ। ਵੀ ਅੱਜ ਵੀ ਉੱਥੇ ਉਹਨਾਂ ਨੇ ਹਿੰਦੀ ਨਹੀਂ ਵੜਨ ਦਿੱਤੀ ਹੈ। ਜਦੋਂ ਇਹ ਹਿੰਦੂਤਵਾ, ਹੁਣ ਵੀ ਤੁਸੀਂ ਦੇਖੋਗੇ ਕਿ ਤਮਿਲਨਾਡੂ 'ਚੋਂ ਇਹਨਾਂ ਨੂੰ ਇੱਕ ਅੱਧੀ ਸੀਟ ਬੀਜੇਪੀ ਨੂੰ ਮਿਲ ਜਾਏ ਤੇ ਉਹ ਵੀ ਨਿਆਮਤ ਹੈ, ਉਹ ਵੀ ਨਹੀਂ ਇਹਨਾਂ ਨੂੰ ਮਿਲਣੀ, ਕਿਉਂਕਿ ਉਹ ਇੱਕਦਮ ਜਿਹਨੂੰ ਕਹਿੰਦੇ ਨੇ ਕਿ ਅਪ ਦਾ ਐਂਟੇ ਕਰ ਦਿੰਦੇ ਨੇ ਕਿ ਡ੍ਰੈਵਿਡਨ। ਇਹ ਸਾਡਿਆਂ ਦਾ ਹਾਲ ਦੇਖੋ, ਆ ਅਨਿਲ ਜੋਸ਼ੀ ਪਹਿਲਾਂ ਅੰਮ੍ਰਿਤਸਰ ਦੇ ਹਲਕੇ 'ਚੋਂ ਇੱਕ ਹਿੰਦੂ ਤਵੀ ਨੂੰ ਟਿਕਟ ਦੇਣੀ ਤੇ ਉਹਦੇ ਜਿੰਨੇ ਬੋਰਡ ਅੰਮ੍ਰਿਤਸਰ 'ਚ ਲੱਗੇ ਹੋਏ ਨੇ ਵੋਟਾਂ ਹਿੰਦੀ 'ਚ ਮੰਗ ਰਿਹਾ। ਇਹ ਹੈ ਉਹ ਅਕਾਲੀ ਦਲ ਜਿਹਨੇ ਪੰਜਾਬੀ ਸੂਬੇ ਦੇ ਲਈ 57,000 ਗ੍ਰਿਫਤਾਰੀਆਂ, ਕਿੰਨੇ ਬੰਦੇ ਕੀ ਲੋੜ ਸੀ ਜੇ ਤੁਸੀਂ ਇਹੀ ਕੁਝ ਕਰਨਾ ਸੀ ਤੇ ਤੁਸੀਂ ਹਮਕੀ ਤੁਮਕੀ ਕਰੀ ਜਾਂਦੇ। ਹੁਣ ਵੀ ਤੁਸੀਂ ਮੀਡੀਆ ਦੇ ਸਾਹਮਣੇ ਬਹਿ ਕੇ, ਤੁਹਾਨੂੰ ਤਮਿਲ ਕਦੇ ਵੀ ਹਿੰਦੀ ਬੋਲਣ ਦੀ ਕੋਸ਼ਿਸ਼ ਨਹੀਂ ਕਰਦਾ, ਉਹ ਆਪਣੀ ਤਮਿਲ 'ਚ ਗੱਲ ਕਰੇਗਾ। ਤੇਲਗੂ ਆਂਧਰਾ ਵਾਲੇ ਉਹ ਤੇਲਗੂ 'ਚ ਗੱਲ ਕਰਨਗੇ, ਕੰਨੜ ਵਾਲੇ ਕਰਨਾਟਕਾ ਵਾਲੇ ਕੰਨੜ 'ਚ ਇੰਟਰਵਿਊ ਦੇ ਰਹੇ ਹੋਣਗੇ, ਕੇਰਲਾ ਵਾਲੇ ਮਲਿਆਲਮ 'ਚ ਦੇ ਰਹੇ ਹੋਣਗੇ, ਤੇ ਆਪਣੇ ਇਨਕਲੂਡਿੰਗ ਜਥੇਦਾਰ ਜਿਹੜੇ ਤਖਤਾਂ ਦੇ ਦੂਜੇ, ਉਹ ਵੀ ਉਹਨਾਂ ਨੇ ਹਿੰਦੀ ਦੀਆਂ ਵੀ ਲੱਤਾਂ ਤੋੜੀਆਂ ਹੁੰਦੀਆਂ, ਪੰਜਾਬੀ ਦੀਆਂ ਦੇ ਨਾਲ ਟੁੱਟਦੀਆਂ ਹੀ ਟੁੱਟਦੀਆਂ ਨੇ। ਔਰ ਇਹ ਹੈ ਅਹਿਸਾਸ ਕਮਤਰੀ। ਉਹਦੇ ਉਹਨਾਂ ਨੇ ਕਿਹਾ ਜਿਹੜੀ ਗੱਲ ਉਹਨੇ ਅੰਨਾਦੁਰਾਈ ਨੇ ਬੋਲਦਿਆਂ ਕਹੀ, he reminded the Congress government that democracy didn't mean majority rule. His words hold true today. ਉਹਨਾਂ ਨੇ ਕਿਹਾ ਤੁਸੀਂ ਡੈਮੋਕ੍ਰੇਸੀ ਨੂੰ ਮੈਜੋਰਿਟੀ ਰੂਲ ਜਿਹੜਾ ਹੈ, ਇਹਦਾ ਮਤਲਬ ਡੈਮੋਕ੍ਰੇਸੀ ਦਾ ਮਤਲਬ ਮੈਜੋਰਿਟੀ ਰੂਲ ਨਹੀਂ ਹੈ ਕਿ ਤੁਸੀਂ ਬਾਈ ਹੁੱਕ ਔਰ ਬਾਈ ਕਰੁਕ ਸੀਟਾਂ ਲੈ ਲਈਆਂ ਔਰ ਤੁਸੀਂ ਆਪਣੀ ਤਾਨਾਸ਼ਾਹੀ ਚਲਾਓ। I think apart from political arithmetic, this august house will pay some attention to political ethics and democratic liberalism, for democracy doesn't merely mean majority rule. ਕਿ ਵੀ ਕੋਈ ਤੁਸੀਂ ਐਥਿਕਸ, ਕੋਈ ਲੋਕਾਂ ਦੀਆਂ, ਕੋਈ ਮਾਈਨੋਰਿਟੀਜ਼ ਦੇ ਹੱਕ, ਕਲਚਰਸ, ਉਹਦੀ ਗੱਲ ਦੇਖੋ। ਔਰ ਉਹਨਾਂ ਨੇ ਜਿਹੜਾ ਉਸ ਦੇ ਵਿੱਚ ਬੋਲਡਲੀ ਬੋਲਦਿਆਂ ਕਿਹਾ ਕਿ ਵੀ ਇਹ ਜਿਹੜਾ ਅਲਟੀਮੇਟਲੀ ਮਾਈਨੋਰਿਟੀ ਵੋਟਸ ਅੰਨਾ ਆਲਸੋ ਆਰਗੂਡ that Congress controlled power not because it was in the majority, but it controls power through minority votes. ਉਹਨੇ ਕਿਹਾ ਤੁਸੀਂ ਮਿਲਾ ਲਓ, ਤੁਸੀਂ ਕਿੰਨੇ % ਵੋਟਾਂ ਨਾਲ ਜਿੱਤਦੇ ਹੋ, 46%। ਇਹਦਾ ਮਤਲਬ ਇਹ ਹੈ ਕਿ ਬਈ ਜਿਹੜੇ 54% ਨੇ ਉਹਨਾਂ ਨੇ ਤੁਹਾਨੂੰ ਨਹੀਂ ਕੀਤਾ, ਸੋ ਤੁਸੀਂ ਮੈਜੋਰਿਟੀ ਦਾ ਮੈਂਡੇਟ ਨਹੀਂ ਉਹਨੂੰ ਰਿਪਰੈਜ਼ੈਂਟ ਕਰਦੇ। ਸੋ ਇਹ ਫਿਰ ਉਹਨਾਂ ਨੇ ਤਮਿਲਨਾਡੂ ਦੀ ਜਿਹੜੀ DMK ਦੀ ਨਹੀਂ ਇਸ ਦੇ ਉੱਤੇ ਰੱਖੀ ਹੋਈ ਹੈ, ਅੰਨਾਦੁਰਾਈ ਵਾਲੇ ਵਰਗੇ ਜਿਹੜੇ ਥਿੰਕਰ ਦੀ, ਕਿ ਮੁੜ ਕੇ ਉੱਥੇ ਕਿਸੇ ਨੂੰ ਇਹ ਹੌਸਲਾ ਨਹੀਂ ਪਿਆ ਕਿ ਤਮਿਲ ਲੈਂਗੁਏਜ, ਲੋਕ, ਤਹਿਜ਼ੀਬ, ਉਹਨਾਂ ਦੇ ਇੰਟਰਸਟ ਦੇ ਨਾਲ ਕੋਈ ਬਾਰਗੇਨ ਕਰੇ। ਔਰ ਉਹਨੇ ਤਾਂ ਰਿਡੀਕਿਊਲ ਕੀਤਾ, ਇਹ ਮੈਨੂੰ ਵੀ ਨਹੀਂ ਸੀ ਪਤਾ। ਉਹਨੇ ਕਿਹਾ, ਕਹਿੰਦੇ ਤੁਸੀਂ ਕਿਹੜਾ ਨੇਸ਼ਨ ਇੰਡੀਆ ਤੇ ਕਿਹੜੀ ਲੈਂਗੁਏਜ ਹਿੰਦੀ। ਉਹਨੇ ਕਿਹਾ ਵੀ ਕਦੇ ਕਿਸੇ ਮੁਲਕ ਦੇ 2 ਨੈਸ਼ਨਲ ਐਂਥਮ ਦੇਖੇ ਵੀ ਤੁਸੀਂ 2 ਨੈਸ਼ਨਲ ਐਂਥਮ ਬਣਾਏ ਨੇ, ਜਨ ਗਣ ਮਨ ਔਰ ਵੰਦੇ ਮਾਤਰਮ, ਉਹਨਾਂ ਚੋਂ ਦੋਨੋਂ ਹੀ ਬੰਗਾਲੀ 'ਚ ਨੇ, ਤੁਹਾਡਾ ਤਾਂ ਹਿੰਦੀ 'ਚ ਨੈਸ਼ਨਲ ਐਂਥਮ ਵੀ ਨਹੀਂ ਹੈ। ਤੇ ਮੈਂ ਆਈ ਡਿਡਨਟ ਰਿਅਲਾਈਜ਼, ਮੈਂ ਫਿਰ ਉਹ ਜਨ ਗਣ ਮਨ ਦੁਬਾਰਾ ਪੜ੍ਹਿਆ ਵੀ ਇਹ ਬੰਗਲਾ ਹੈ, ਇਹ ਤਾਂ ਹਿੰਦੀ ਨਹੀਂ ਹੈ। ਅਧਿਨਾਇਕ ਜय है भारत भाग्य विधाता। ਉਹਨੇ ਕਿਹਾ ਵੀ two national, Anudarai also sought to turn the tables on the Congress by saying that it had presented 2 national anthems, Vande Mataram and Jan Gan Man, and neither was in Hindi. They come just as my friend Mr. Gupta comes from Bengal. ਉਹਨੇ ਕਿਹਾ ਬੰਗਾਲੀਆਂ ਦੇ ਨੇ, ਇਹ ਤੁਹਾਡਾ ਕਿੱਥੋਂ ਨੈਸ਼ਨਲ। ਉਹਨੇ ਬਿਲਕੁਲ ਇਹ ਕਿਹਾ, ਵਾਰਨਿੰਗ ਦੈਟ ਕਾਮ ਐਟਮੋਸਫੀਅਰ ਇਨ ਸਾਊਥ ਇੰਡੀਆ ਵੁੱਡ ਬੀ ਡਿਸਟਰਬਡ। ਉਹਨੇ ਕਿਹਾ ਸਾਊਥ ਇੰਡੀਆ ਖਲੋ ਜਾਏਗਾ ਤੁਹਾਡੇ ਖਿਲਾਫ। ਹੀ ਅਰਜਡ ਹੋਮ ਮਿਨਿਸਟਰ ਟੂ ਡਰॉप ਦ ਬਿੱਲ to amend the constitution and keep English as the official language, ਕਿ ਵੀ ਇਹਨੂੰ ਅੰਗਰੇਜ਼ੀ ਰੱਖੋ, ਵੀ ਤੁਸੀਂ ਇਹ ਹਿੰਦੀ ਲਿਆ ਕੇ ਜਿਹਨੂੰ 20-22% ਲੋਕ ਇੰਡੀਆ ਦੇ ਬੋਲਦੇ ਨੇ ਤੁਸੀਂ ਸਾਡੇ ਸਿਰ ਤੇ ਬਿਠਾ ਰਹੇ ਹੋ। ਉਹਨਾਂ ਨੇ ਕਿਹਾ ਠੀਕ ਹੈ, ਮੇਰੀ ਆਵਾਜ਼ ਭਾਵੇਂ ਤੁਸੀਂ ਮੈਜੋਰਿਟੀ ਦੇ ਨਾਲ ਕੱਟਣ ਦੀ ਕੋਸ਼ਿਸ਼ ਕਰੋਗੇ
ਪਰ ਇੱਕ ਗੱਲ ਯਾਦ ਰੱਖਿਓ, ਅਲਟੀਮੇਟਲੀ ਇਹਦਾ ਤੁਹਾਨੂੰ ਜਿਹੜਾ ਹੈ ਉਹ ਖਮਿਆਜ਼ਾ ਭੁਗਤਣਾ ਪਏਗਾ। ਇਹ ਹੈ ਫੋਰਸਾਈਟਡਨੈਸ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।